ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਕਤ ਜਾਈਐ ਰੀ ਕਰ ਲਾਗੂ ਰੰਗ, ਕਤ ਜਾਈਐ ਰੇ ਕਰ ਲਾਗੂ ਰੰਗ। ਮੇਰਾ ਚਿਤ ਨਾ ਚੱਲੈ, ਮਨ ਪਇਉ ਪੰਗਾਰਾਉ। ਏਕ ਦਿਵਸ ਮਨ ਪਈ ਉਮੰਗਾ, ਘਸ ਚੰਦਨ ਚੂਆ ਬਹੁ ਸੁਗੰਧ। ਪੂਜਨ ਚਾਲੀ ਬ੍ਰਹਮ ਠਾਈ, ਸੋ ਬ੍ਰਹਮ ਬਤਾਇਉ ਗੁਰ ਮਨਿ ਮਾਹਿ। ਜਹ ਡਾਈਐ ਤਹ ਜਲ ਪਖਾਣ, ਤੂੰ ਪੂਰ ਰਹਿਉ ਹੈ ਸਭ ਸਮਾਨ। ਵੇਦ ਪੁਰਾਣ ਸਭ ਦੇਖੈ ਜੂਈ, ਉਹਾਂ ਤੋ ਜਾਈਐ ਜੋ ਇਹਾਂ ਨਾ ਹੋਈ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੇ ਕੂਟਾ ਕਰਮ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੇ ਕੂਟ ਕਰਮ। ਜਪੋ ਜੀ ਸਤਨਾਮ ਸਦਾ ਸਤਨਾਮ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਿਵਾਡੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੀਪ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ। ਉਦਾਸੀ ਡੇਰਾ ਸੰਤ ਬਾਬਾ ਟਹਿਲਦਾਰ ਜੀ ਸਲੇਮ ਟਾਬਰੀ ਲੁਧਿਆਣਾ ਵਿਖੇ ਸਤਸੰਗ ਦੀਆਂ ਘੜੀਆਂ ਸਫਲ ਕਰਦੇ ਹੋਏ, ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ, ਸਾਧੂ ਸੰਗ ਦੁਲੰਭ ਹੈ, ਗੁਰਮੁਖ ਸੁਖ ਫਲ ਭਗਤ ਪਿਆਰੀ। ਸਤਿਗੁਰ ਦੇ ਚਰਨਾਂ ਦੀ ਸੰਗਤ ਪ੍ਰੇਮਾ ਭਗਤੀ ਪੈਦਾ ਕਰਦੀ, ਹਿਰਦੇ ਦੇ ਅੰਦਰ ਭਾਵਨਾ ਸ਼ਰਧਾ ਪ੍ਰੇਮ ਉਤਪੰਨ ਕਰਦੀ ਹੈ। ਇਸੇ ਲਈ ਸਾਧ ਸੰਗਤ ਜੀ ਸਾਹਿਬ ਦੇ ਬਚਨ ਹਨ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਸਤਿਗੁਰ ਦੀ ਸੰਗਤ ਵਿੱਚ ਆ ਕੇ ਗਿਆਨ ਦਾ ਪ੍ਰਕਾਸ਼ ਹੁੰਦਾ ਏ, ਮਨ ਸ਼ੁਭ ਵਿਚਾਰਾਂ ਨੂੰ ਗ੍ਰਹਿਣ ਕਰਦਾ ਏ। ਸਾਧ ਸੰਗਤ ਜੀ, ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਰਾਮਾਨੰਦ ਜੀ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਬਸੰਤ ਅੰਦਰ ਅੰਗ 1195 ਤੇ ਸੁਭਾਈਮਾਨ ਹੈ। ਸਾਧ ਸੰਗਤ ਜੀ, ਬਸੰਤ ਰਾਗ ਹਿਰਦੇ ਦੇ ਅੰਦਰ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਵੈਰਾਗ ਦੀ, ਪਰਮੇਸ਼ਰ ਦੀ ਰਹਿਮਤ ਦੀ, ਹਰਿਆਵਲ ਦੀ ਕੁਰੰਬਲ ਫੁੱਟਦੀ ਏ ਤੇ ਮਨ ਨੂੰ ਚਾਹ ਚੜ੍ਹਦਾ ਏ
ਤੇ ਸਤਿਗੁਰੂ ਰਾਮਾਨੰਦ ਜੀ ਮਹਾਰਾਜ, ਜਿਨ੍ਹਾਂ ਦੇ ਜਦੋਂ ਜੀਵਨ ਨੂੰ ਵਿਚਾਰਦੇ ਹਾਂ ਤਾਂ ਸਾਹਿਬ ਸਤਿਗੁਰੂ ਰਾਮਾਨੰਦ ਜੀ ਦਾ ਜਨਮ, ਆਗਮਨ ਕਾਸ਼ੀ ਵਾਰਾਣਸ ਦੀ ਧਰਤੀ ਦੇ ਉੱਤੇ 1366 ਈਸਵੀ ਨੂੰ ਪਿਤਾ ਭੂਰ ਕਰਮਾ ਜੀ ਅਤੇ ਮਾਤਾ ਸੁਸ਼ੀਲ ਜੀ ਦੀ ਕੁੱਖ ਤੋਂ ਸਾਹਿਬ ਦਾ ਆਗਮਨ ਹੁੰਦਾ ਹੈ। ਬਚਪਨ ਬੀਤਦਾ ਹੀ ਸਾਧ ਸੰਗਤ ਦੀ ਰੱਬੀ ਰੂਹਾਂ ਦੀ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਦੇ ਗੁਣ ਹੋਇਆ ਕਰਦੇ ਨੇ, ਜਿਨ੍ਹਾਂ ਦੇ ਲੱਛਣ ਬਚਪਨ ਤੋਂ ਪ੍ਰਗਟ ਹੁੰਦੇ ਨੇ। ਬਚਪਨ ਤੋਂ ਤੀਖਣ ਬੁੱਧੀ ਪਰਮਪਿਤਾ ਪਰਮੇਸ਼ਰ ਦੀ ਰਹਿਮਤ ਪ੍ਰਾਪਤ ਹੈ। ਵਿਦਿਆ ਗੁਰੂ ਕੋਲੋਂ ਜਦੋਂ ਵਿਦਿਆ ਪੜ੍ਹਦੇ ਨੇ, ਇਤਿਹਾਸ ਵਿੱਚ ਵਿਚਾਰ ਮਿਲਦੇ ਨੇ ਕਿ ਕਰੀਬ 14-15 ਸਾਲ ਤੱਕ ਸਵਾਮੀ ਰਾਮਾਨੰਦ ਜੀ ਨੇ ਸਾਧ ਸੰਗਤ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਰਾਮਾ ਦੱਤ ਹੈ, ਤੇ ਸਾਧ ਸੰਗਤ ਜੀ ਵੇਦ ਸ਼ਾਸਤਰ ਪੁਰਾਣ ਸਾਰੀ ਵਿਦਿਆ ਗੁਰੂ ਕੋਲੋਂ ਬੜੇ ਹੀ ਵਿਚਾਰ ਪੂਰਵਕ ਪੜ੍ਹੇ ਨੇ, ਵਿਚਾਰੇ ਨੇ, ਸਮਝਦੇ ਨੇ ਤੇ ਸਮੇਂ ਦੇ ਵਿਚਾਰਾਂ ਨੂੰ ਵਿਚਾਰਦੇ ਨੇ। ਤੇ ਸਾਧ ਸੰਗਤ ਦੀ ਬੁੱਧੀ ਬੜੀ ਤੀਖਣ ਹੈ। 14-15 ਸਾਲ ਦੀ ਉਮਰ ਦੇ ਅੰਦਰ ਸਾਧ ਸੰਗਤ ਦੀ ਪਰਮੇਸ਼ਰ ਦੀ ਮਿਹਰ ਸਦਕਾ ਵੇਦਾਂ ਸ਼ਾਸਤਰਾਂ ਨੂੰ ਵਿਚਾਰ ਲੈਣਾ, ਘੂਖ ਲੈਣਾ। ਸੁਭਾਗ ਵਸ ਉਸ ਸਮੇਂ ਸਵਾਮੀ ਰਾਘਵਾਨੰਦ ਜੀ ਸੰਤ ਮੰਡਲੀ ਦੇ ਨਾਲ ਬਨਾਰਸ ਕਾਂਸ਼ੀ ਦੀ ਧਰਤੀ ਦੇ ਉੱਤੇ ਸਾਧ ਸੰਗਤ ਦੀ ਭਰਮਣ ਕਰਦੇ ਨੇ। ਅੱਜ ਵੀ ਅਕਸਰ ਸਾਧੂਆਂ ਦੀ ਜਮਾਤ ਆਪਾਂ ਦੇਖ ਸਕਦੇ ਹਾਂ, ਉਦਾਸੀ, ਨਿਰਮਲੇ, ਸੰਨਿਆਸੀ। ਅੱਜ ਵੀ ਜਮਾਤ ਸਾਧ ਸੰਗਤ ਦੀ ਸਾਧੂਆਂ ਦੀ ਪੁਰਾਤਨ ਸਥਾਨਾਂ ਦੇ ਵਿੱਚ ਆ ਕੇ ਭਰਮਣ ਕਰਦੀ ਹੈ ਤੇ ਆਪੋ ਆਪਣੇ ਮਤ ਅਨੁਸਾਰ ਵਿਚਾਰ, ਗਿਆਨ, ਉਪਦੇਸ਼, ਸਾਂਝ ਸੰਗਤਾਂ ਦੇ ਅੰਦਰ ਪਰਮੇਸ਼ਰ ਦੀ ਉਪਮਾ ਸਤਸੰਗ ਦੇ ਰੂਪ ਅੰਦਰ ਸਰਵਣ ਕਰਾਈ ਜਾਂਦੀ। ਤੇ ਸਤਸੰਗ ਦੇ ਸਵਾਮੀ ਰਾਘਵਾਨੰਦ ਜੀ ਜਦੋਂ ਸਤਸੰਗ ਦੀ ਰਾਮਾਨੰਦ ਜੀ ਦੇ ਨਾਲ ਮਿਲਾਪ ਹੋਇਆ ਹੈ, ਬਚਪਨ ਦੀ ਅਵਸਥਾ ਇਹ ਸਾਧੂਆਂ ਦਾ ਪਿਆਰ ਲੈਂਦੇ ਨੇ, ਪ੍ਰੇਮ ਲੈਂਦੇ ਨੇ। ਤੇ ਜਦੋਂ ਸਵਾਮੀ ਰਾਘਵਾਨੰਦ ਦੀ ਦ੍ਰਿਸ਼ਟੀ ਪਈ ਨਾ ਸਵਾਮੀ ਰਾਮਾਨੰਦ ਜੀ ਉੱਤੇ, ਭਾਵੇਂ ਬਚਪਨ ਦੀ ਅਵਸਥਾ ਸੀ, ਪਰ ਉਹਨਾਂ ਨੇ ਬੱਚੇ ਦੇ ਜਦੋਂ ਲੱਛਣ ਦੇਖੇ ਤੇ ਸਤਸੰਗ ਦੀ ਮੰਡਲੀ ਦੇ ਵਿੱਚ ਸਵਾਮੀ ਰਾਮਾਨੰਦ ਜੀ ਬਚਪਨ ਦੀ ਅਵਸਥਾ ਦੇ ਅੰਦਰ 14-15 ਸਾਲ ਦੀ ਆਜੂ ਦੇ ਅੰਦਰ ਬੜੇ ਸੁਚੱਜੇ ਢੰਗ ਦੇ ਨਾਲ ਸੇਵਾਵਾਂ ਨਿਭਾਉਂਦੇ ਨੇ। ਸੰਗਤ ਵਿੱਚ ਇੱਕ ਦਿਨ ਸਵਾਮੀ ਰਾਘਵਾਨੰਦ ਜੀ ਇੱਕ ਟਿਕ ਸਾਧ ਸੰਗਤ ਦੀ ਸਾਧੂਆਂ ਦੀ ਦ੍ਰਿਸ਼ਟੀ ਹੋਇਆ ਕਰਦੀ। ਉਹਨਾਂ ਨੇ ਤੱਕੇ ਨੇ ਲੱਛਣ ਤੇ ਸਾਧ ਸੰਗਤ ਜੀ ਜਦੋਂ ਰਾਮਾਨੰਦ ਜੀ ਸੰਗਤ ਕਰਦਿਆਂ ਕਈ ਦਿਨ ਬੀਤੇ ਨੇ ਤੇ ਸਵਾਮੀ ਰਾਘਵਾਨੰਦ ਜੀ ਦੀ ਸੰਗਤ ਤੋਂ ਪ੍ਰਭਾਵਿਤ ਹੋ ਕਰਕੇ ਸਾਧ ਸੰਗਤ ਜੀ ਸਵਾਮੀ ਰਾਘਵਾਨੰਦ ਜੀ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਚਰਨ ਧੋਈ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਲਾਇਆ। ਗੁਰੂ ਰੂਪ ਸਵਾਮੀ ਰਾਘਵਾਨੰਦ ਜੀ ਦੇ ਨਾਲ ਅੰਮ੍ਰਿਤ ਦਾ ਪਿਆਲਾ ਉਹਨਾਂ ਦੀ ਚਰਨਾਂ ਤੋਂ ਪ੍ਰੀਤ ਕਰਕੇ ਗੁਰੂ ਵਾਲੇ ਹੋ ਗਏ ਨੇ। ਗੱਡ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਜੀ ਲੰਬਾ ਸਮਾਂ ਸਵਾਮੀ ਰਾਘਵਾਨੰਦ ਦੀ ਸੰਗਤ ਕੀਤੀ। ਉਸ ਸਮੇਂ ਦੇ ਵਿਚਾਰ ਨੇ ਤੇ ਸਾਧ ਸੰਗਤ ਦੇ ਜਿਨ੍ਹਾਂ ਵਿਚਾਰਾਂ ਨੂੰ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਬਾਣੀ ਵਿੱਚ ਅੰਕਿਤ ਕੀਤਾ ਹੈ। ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਵੀ ਕਾਂਸ਼ੀ ਬਨਾਰਸ ਦੀ ਧਰਤੀ ਦੇ ਉੱਤੇ 1370 ਈਸਵੀ ਨੂੰ ਪਿਤਾ ਸੰਤੋਖ ਦਾਸ ਜੀ, ਮਾਤਾ ਕਲਸਾਂ ਜੀ ਦੀ ਕੁੱਖ ਤੋਂ ਆਗਮਨ ਹੁੰਦਾ ਹੈ।
ਪਰ स्वामी रामानंद जी साध संगत जी ब्राह्मण परिवार में जन्म लेंदे ने ते सतगुरु रविदास महाराज जिन्हां दा कोई वर्ण ही नहीं, अछूत नहीं, शूद्र नहीं, पर साध संगत जी रब्बी रूहां जिन्हां वास्ते साध संगत जी धन श्री गुरु ग्रंथ साहिब जी के अंदर धन सतगुरु गुरु अर्जन देव पातशाह जी के वचन ने, भलो कबीर दास दासन को उत्तम सैन जन नाई, ऊच ते ऊच नाम दिव समदर्शी रविदास ठाकर बनाए। रविदास जी ने सोहने परम पिता परमेश्वर परमात्मा नूं ध्याया ही ते उस परमेश्वर का स्वरूप इस धरती ते प्रगट होए ने, क्योंकि परमेश्वर के घर के अंदर जात जन्म ना पूछिए सच कर लिहो बताए। परमेश्वर के चरणा केवल शुभ कर्म परखे जाते हैं, इसलिए परमेश्वर ऐसी रब्बी रूह के अंदर आप निवास कर लैंदा है। छूत छात उस समय जोरां ते है ते साध संगत जी समय के अनुसार उस समय कर्म कांड ज्ञान पदार्थ अते साध संगत जी जोग मत जोग दर्शन का उस समय बोला बाला है। संसार के उत्ते कर्म कांडां के विचारां नूं धन गुरु रविदास महाराज अपनी बाणी विच वचन करते हैं। कर्म अकर्म विचारीए शंका सुन वेद पुराण। जदों कर्म कांड दुनिया करदी है तो वेद ग्रंथ कुछ कर्म करने की आग्ञा देंदे ने, कुछ कर्म तो वरजदे ने, पर संसार कर्म करदा भी है पर परमेश्वर की प्राप्ति नहीं हो रही। शंका सुन वेद पुराण ग्रंथां नूं विचार के भी मन दे शंके नहीं मिटदे। कुछ कर्मां नूं कर्म की आग्ञा दिंदे ने वेद ग्रंथ ते कुछ नूं वरजदे ने। इसलिए सत्संग के समय के जो वेद शास्त्र स्वामी रामानंद जी ने विचारे ने ना, तो कर्म कांड कीते ने पर मन की तसल्ली नहीं हो रही, शांति नहीं मिल रही। कर्म कांड भी कीते ने, वेद शास्त्र भी पढ़े ने, ज्ञान पदार्थ भी बड़ा, ज्ञान भी बहुत ही, पर हृदय के अंदर प्रेमा भगती शांति नहीं है, प्रभु का प्रेम प्रभु की दीदार नहीं। उस तो उपरंत साध संगत जी जोग मत के दर्शन स्वामी रामानंद जी जिन्होंने स्वामी राघवानंद जी का आशीर्वाद है गुरु रूप के अंदर मुरशद रूप के अंदर हृदय के अंदर साध संगत जी बैराग है। तो स्वामी रामानंद जी अपने सतगुर मुरशद राघवानंद जी के चरणों में बेनती करते हैं, कृपा करो मेरा मन करता है कि भ्रमण किया जाए। तीर्थां की यात्रा करते करते जोग मत द्वारा भी बड़े साधन किए ते साध संगत जी बहुत बड़े जोग साधना साधा ते साध संगत जी मन की इच्छा पूरी नहीं हुई। ते साध संगत जी उधर धन सतगुरु रविदास महाराज की महिमा जोरां ते है। पूरे विश्व के उत्ते सतगुरु रविदास महाराज रब की रूप अंदर प्रगट ने। बनार की धरती के उत्ते राजा नागरमल साध संगत जी नगर नरेश समय दे जिहड़े अखौती विद्वान ने विरोध करते हैं तो बादशाह की कचहरी के अंदर जदों गूढ़े तारन की घटना आपां सारे जानते हाँ। सतगुरु रविदास महाराज की पत्थरी तर जाती है तो नगर नरेश उन्होंने शहर की परिक्रमा करते हैं। तो साध संगत जी उस तो उपरंत झालावाई महाराजा संग्राम सिंह जी जिन्हां दी पत्नी झालावाई चित्तौड़गढ़ की राणी है सतगुरां की महिमा सुनती है तो सतगुर के चरणों में जाके अमर की दात नाम की दात प्राप्त कर लैंदी है। बादशाह के कोल धर्म के ठेकेदार जाके चुगलियां करते हैं, निंदा करते हैं। तो बादशाह संग्राम समय के हालातों पर अपने घर वाली झालावाई के भी विचार नूं सहमत होंदे हुए एक जग करते हैं जिसके अंदर सतगुरु रविदास जी महाराज नूं बुलाया जाता है तो राजगुरु पुरोहितां नूं बुलाया जाता है, जिहदे विच स्वामी रामानंद जी ते राजा पीपा जी अनेकां साध संगत जी वड्डे वड्डे विद्वान साध संगत जिन्हां वास्ते धन गुरु ग्रंथ साहिब दे बचन ने अब विपर प्रधान करे नंडौ ते नाम सरनाए रविदास दसान दस। क्योंकि सतगुरां दी महिमा पूरे विश्व ते फैल चुकी, क्योंकि
ਗੰਗਾ ਰਾਮ ਪੰਡਤ ਸਤਿਗੁਰੂ ਦੇ ਚਰਨਾਂ ਦੇ ਕੋਲੋਂ ਦਮੜੀ ਭੇਟਾ ਹਰਿਦੁਆਰ ਗੰਗਾ ਦੀ ਕੁੰਭ ਦੇ ਉੱਤੇ ਲੈ ਕੇ ਜਾਂਦੇ ਨੇ। ਤੇ ਮਾਤ ਗੰਗਾ ਜਿਨ੍ਹਾਂ ਨੇ ਅੱਜ ਤੱਕ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ, ਖੁਦ ਖੁਦਾ, ਰੱਬ ਕਹਾਉਂਦੇ ਸੀ, ਭਗਵਾਨ ਕਹਾਉਂਦੇ ਸੀ, ਉਹਨਾਂ ਦੇ ਹੱਥੋਂ ਭੇਟਾ ਨਹੀਂ ਲਈ, ਕਦੇ ਦੀਦਾਰ ਨਹੀਂ ਹੋਏ। ਤੇ ਸਤਿਗੁਰੂ ਦੀ ਦਿੱਤੀ ਹੋਈ ਭੇਟਾ ਦਮੜੀ ਪੰਡਤ ਗੰਗਾ ਰਾਮ ਦੀ ਜਦੋਂ ਦਿੰਦੇ ਨੇ ਤੇ ਮਾਤ ਗੰਗਾ ਹੱਥ ਕੱਢ ਕੇ ਲੈਂਦੇ ਤੇ ਆਪਣੇ ਵੱਲੋਂ ਕੰਗਣ ਦਿੰਦੇ ਨੇ। ਤੇ ਦੁਨੀਆ ਦੇ ਉੱਤੇ ਸਤਿਗੁਰੂ ਦਾਸ ਮਹਾਰਾਜ ਭਗਤ ਭਗਤ ਜਗ ਵੱਡਿਆ, ਚੌਂ ਚੱਕਾਂ ਵਿੱਚ ਅੰਮ੍ਰਿਤਾ, ਚੌਂ ਵਰਨਾ ਉਪਦੇਸ਼ ਦਾ ਰਾਮ ਨਾਮ ਕਰ ਭਗਤ ਸੇਟਾ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਾਣੀ ਦਰਜ ਹੈ। ਧੰਨ ਸਤਿਗੁਰੂ ਰਾਮਦਾਸ ਜੀ ਮਹਾਰਾਜ ਅਗਵਾਈ ਭਰਦੇ ਨੇ। ਰਵਿਦਾਸ ਚਮਾਰ ਉਸਤਤ ਕਰੀ ਹਰ ਕੀਰਤ ਨਿਮਖ ਕਗਾਈ, ਪਤਤ ਜਾਤ ਉੱਤਮ ਬਿਹਾ ਚਾਰ ਵਰਨ ਪਏ ਪਗਾਈ। ਚੌਂ ਵਰਨਾਂ ਦੇ ਸਾਰੇ ਸੰਸਾਰ ਦੇ ਉੱਤੇ ਸੰਗਤ ਰੂਪ ਹੋ ਕਰਕੇ ਸਾਧ ਸੰਗਤ ਸਤਿਗੁਰ ਦੇ ਚਰਨਾਂ ਦੇ ਬਿਆਨਤਾਂ ਰਾਜੇ ਮਹਾਰਾਜੇ ਅਨੇਕਾਂ ਸੰਗਤਾਂ ਸਤਿਗੁਰ ਦੇ ਚਰਨਾਂ ਵਿੱਚੋਂ ਨਾਮ ਦੀਆਂ ਦਾਤਾਂ ਵਧੀਆਂ ਦਾਤਾਂ ਪ੍ਰਾਪਤ ਕਰਕੇ ਜੀਵਨ ਸਫਲਾ ਕਰਦੀਆਂ। ਤੇ ਅੱਡ ਚਤੌੜ ਦੀ ਧਰਤੀ ਦੇ ਉੱਤੇ ਮਹਾਨ ਜੱਗ ਰੱਖਿਆ ਗਿਆ ਹੈ। ਤੇ ਸਾਧ ਸੰਗਤ ਦੇ ਧਰਮ ਦੇ ਠੇਕੇਦਾਰਾਂ ਨੇ ਅਛੂਤ ਸ਼ੂਦਰ ਧੰਨ ਸਤਿਗੁਰੂ ਦਾਸ ਮਹਾਰਾਜ ਜਿਹੜੇ ਝਾਲਾਂਵਾਈ ਦੇ ਮੁਰਸ਼ਦ ਨੇ, ਗੁਰੂ ਨੇ, ਤੇ ਉਹਨਾਂ ਨੇ ਵਚਨ ਕੀਤਾ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਮੁਰਸ਼ਦ ਦਾ ਵੀ ਸਤਿਕਾਰ ਕਰੋ ਤੇ ਅਸੀਂ ਉੱਚੇ ਕੁਲ ਦੇ ਹਾਂ, ਤੇ ਇਸ ਕਰਕੇ ਤੁਸੀਂ ਪਹਿਲਾਂ ਸਾਨੂੰ ਪ੍ਰਸ਼ਾਦ ਛਕਾਓ ਤੇ ਰਵਿਦਾਸ ਸ਼ੂਦਰ ਹੈ, ਅਛੂਤ ਹੈ, ਉਹਨਾਂ ਨੂੰ ਤੁਸੀਂ ਬਾਅਦ ਵਿੱਚ ਲੰਗਰ ਛਕਾਉਣਾ। ਸਤਿਗੁਰੂ ਰਵਿਦਾਸ ਮਹਾਰਾਜ ਸਮੇਂ ਨੂੰ ਵਿਚਾਰਦੇ ਹੋਏ ਰਾਣੀ ਝਾਲਾਂਵਾਈ ਮਹਾਰਾਜਾ ਸੰਗਰਾਮ ਸਿੰਘ ਜੀ ਨੂੰ ਬਚਨ ਕਰਦੇ ਨੇ ਕਿ ਇਹਨਾਂ ਦੇ ਬਚਨ ਆਪਾਂ ਸੱਤ ਕਰਕੇ ਮੰਨਣੇ ਨੇ, ਕਿਉਂਕਿ ਆਪਣੇ ਘਰ ਸਮਾਗਮ ਹੈ, ਆਪਾਂ ਸਮੇਂ ਅਨੁਸਾਰ ਸੇਵਾ ਦਾ ਲਾਹਾ ਲੈਣਾ ਹੈ, ਕਿਉਂਕਿ ਸਾ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ। ਸਤਿਗੁਰ ਦੇ ਵਚਨ ਕਮਾਉਣੇ ਨੇ ਆਪਾਂ, ਤੇ ਪਰਮੇਸ਼ਰ ਨੂੰ ਸਤਿਗੁਰ ਜਾਣ ਕੇ ਸੇਵਾ ਦੀ ਟਹਿਲ ਕਮਾਉਣੀ ਹੈ। ਤੇ ਸਾਧ ਸੰਗਤ ਜੀ ਸੰਗ ਸੰਤਨ ਕਾ ਟਹਿਲ ਸਾਧੂ ਕੀ, ਤੇ ਸਾਧ ਸੰਗਤ ਟਹਿਲ ਮਹਿਰ ਤਾਂ ਕੋ ਮਿਲੇ ਜਾ ਕੋ ਆਪ ਕਿਰਪਾਲ। ਜਿਨ੍ਹਾਂ ਤੇ ਰੱਬ ਦਿਆਲ ਹੁੰਦਾ ਹੈ ਉਹਨਾਂ ਨੂੰ ਫਿਰ ਪੂਰਨ ਸਾਧੂਆਂ ਦੀ ਸੇਵਾ ਮਿਲਦੀ ਹੈ। ਤੇ ਅੱਡ ਪੂਰਨ ਸਤਿਗੁਰੂ ਧੰਨ ਸਤਿਗੁਰੂ ਦਾਸ ਮਹਾਰਾਜ ਜੀ ਅਨੇਕਾਂ ਵਿਦਵਾਨ ਮਹਾਂਪੁਰਸ਼ ਪੁੱਡੇ ਨੇ। ਤੇ ਸਾਧ ਸੰਗਤ ਜਦੋਂ ਪ੍ਰਸਾਦ ਲੰਗਰ ਵਰਤਾਇਆ ਗਿਆ ਏ, ਘਟਨਾ ਵਾਪਰ ਗਈ ਤੇ ਇੱਕ ਦੇ ਨਾਲ ਇੱਕ ਜਿਹੜੇ ਪਰਛਾਵੇਂ ਤੋਂ ਭਿੱਟ ਮੰਨਦੇ ਨੇ, ਅਛੂਤ ਕਹਿੰਦੇ ਨੇ, ਸਤਿਗੁਰੂ ਰਵਿਦਾਸ ਮਹਾਰਾਜ ਦੇ ਰੂਪ ਧਾਰ ਕੇ ਭਗਵਾਨ ਆਪ ਅਨੇਕ ਤੋਂ ਅਨੇਕਾਂ ਰੂਪ ਧਾਰ ਕੇ ਪ੍ਰਗਟ ਹੋ ਜਾਂਦੇ ਨੇ। ਗੱਜ ਕੇ ਆਖੂ ਸਤਨਾਮ ਸੀ। ਤੇ ਸਾਧ ਸੰਗਤ ਦੀ ਭਗਦੜ ਮਚ ਜਾਂਦੀ ਏ। ਤੇ ਸਾਧ ਸੰਗਤ ਹਰ ਕੋਈ ਦਿਖਦਾ ਮੇਰੇ ਇੱਧਰ ਵੀ ਸਾਹਿਬ ਸਤਿਗੁਰੂ ਰਵਿਦਾਸ ਜੀ ਬੈਠੇ ਨੇ ਤੇ ਇੱਧਰ ਵੀ। ਤੇ ਸਾਧ ਸੰਗਤ ਦੀ ਹੈਨ ਬਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਮੇਰੇ ਵਰਗੇ ਫੱਕੜ ਤੇ ਬਹੁਤ ਮਿਲ ਜਾਣਗੇ, ਪਰ ਬਿਰਲੇ ਨੇ ਰੱਬ ਦੇ ਪਿਆਰੇ, ਤੇ ਉਹਨਾਂ ਦੇ ਵਿੱਚ ਰੱਬ ਦੇ ਪਿਆਰੇ ਵੀ ਸਨ। ਸਾਮੀ ਰਾਘਵਾਨਾ ਉਹਨਾਂ ਨੇ ਬਚਨ ਕੀਤਾ ਕਿ ਆਪਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਏ, ਇਸ ਵੇਲੇ ਭਗਵਾਨ ਜਿਹੜੇ ਨੇ ਪਰਮੇਸ਼ਰ ਦੇ ਸਰੂਪ ਸਤਿਗੁਰੂ ਰਵਿਦਾਸ ਮਹਾਰਾਜ ਰੂਪ ਅੰਦਰ ਅੱਜ ਪ੍ਰਗਟ ਹੋ ਕੇ ਸਾਨੂੰ ਦੀਦਾਰ ਦੇ ਰਹੇ ਨੇ। ਤੇ ਆਪਾਂ ਨੂੰ ਆਪਣੇ ਕਰਮ ਕਾਂਡ ਵਿਕਾਰਾਂ ਤੋਂ, ਭਰਮਾਂ ਤੋਂ, ਸ਼ੰਕਿਆਂ ਤੋਂ ਮੁਕਤ ਹੋ ਕਰਕੇ ਉਹਨਾਂ ਦੀ ਸ਼ਰਨ ਲੈ ਲੈਣੀ ਚਾਹੀਦੀ ਹੈ। ਤੇ ਉਸ ਸਮੇਂ ਸਾਧ ਸੰਗਤ ਜੀ ਸਵਾਮੀ ਰਾਮਾਨੰਦ ਜੀ, ਰਾਜਾ ਪੀਪਾ ਜੀ, ਰਾਜਾ ਸੰਗਰਾਮ ਸਿੰਘ ਤੇ ਸਾਧ ਸੰਗਤ ਜੀ ਹੋਰ ਅਨੇਕਾਂ ਰਾਜੇ, ਮੀਰਾਬਾਈ ਜੋ ਬਾਦਸ਼ਾਹ ਸੰਗਰਾਮ ਸਿੰਘ ਦੀ ਨੂੰਹ ਹੈ, ਤੇ ਸਾਧ ਸੰਗਤ ਦੀ ਰਾਜੇ ਮਹਾਰਾਜੇ ਅਨੇਕਾਂ ਰਾਜਿਆਂ ਮਹਾਂ ਦਾ ਇਕੱਠ ਇਤਿਹਾਸ ਵਿੱਚ ਸਾਧ ਸੰਗਤ ਦੀ ਪ੍ਰਮਾਣ ਮਿਲਦੇ ਨੇ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਝੁੱਕ ਕੇ ਨਮਸਕਾਰਾਂ ਕੀਤੀਆਂ। ਤੇ ਇੱਕ ਦਿਨ ਨਹੀਂ, ਲੰਬੇ ਦਿਨਾਂ ਦਾ ਸਤਸੰਗ ਰੱਖਿਆ। ਇੱਕ ਦਿਨ ਰੋਜ਼ ਸਤਸੰਗ ਹੋ ਰਿਹਾ ਏ। ਤੇ ਸਤਿਗੁਰੂ ਰਵਿਦਾਸ ਮਹਾਰਾਜ ਸਤਸੰਗ ਦੇ ਅੰਦਰ ਬਚਨ ਕਰਦੇ ਨੇ, ਸਤਿਯੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਤੀਨੋਂ ਜੁਗ ਤੀਨੋਂ ਦੇੜੇ ਕੱਲ ਕੇਵਲ ਨਾਮ ਆਧਾਰ। ਕਾਲਯੁਗ ਦੇ ਅੰਦਰ ਕੇਵਲ ਸਤਿਗੁਰ ਦੀ ਬਖਸ਼ੇ ਨਾਮ ਸਿਮਰਨ ਸਦਕਾ ਹੈ ਜੀਵ ਦਾ ਉਧਾਰ ਹੋਣਾ ਹੈ। ਪਾਰ ਕੈਸੇ ਪਾਇਬਰੇ ਮੁਸ ਕੋ ਨਾ ਕਹਿ ਸਮਝਾਏ। ਇੱਥੇ ਕੋਈ ਸਮਝਾਉਂਦਾ ਤੇ ਹੈ ਨਹੀਂ, ਇਸ ਜੀਵਨ ਦਾ, ਜ਼ਿੰਦਗੀ ਦਾ ਪਾਰ ਉਤਾਰਾ ਕਿਵੇਂ ਹੋਣਾ ਹੈ, ਪਰਮੇਸ਼ਰ ਨਾਲ ਮਿਲਾਪ ਕਿਵੇਂ ਹੋਣਾ ਹੈ। ਕੋ ਨਾ ਕਹਿ ਕੋਈ ਸਮਝਾ ਕੇ ਦੱਸਦਾ ਨਹੀਂ, ਕੇਵਲ ਗੱਲਾਂ ਦੇ ਨਾਲ ਸਾਰੇ ਇੱਕ ਦੂਜੇ ਨੂੰ ਸਾਧ ਸੰਗਤ ਦੀ ਕਟਾਕਸ਼ ਕਰਦੇ ਨੇ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਪਾਰ ਕੈਸੇ ਪਾਇਬਰੇ ਮੂਸੇ ਕੂ ਨਾ ਕਹਿ ਸਮਝਾਏ ਜਾਤੀ ਆਵਾ ਗਬਨ ਬੁਲਾਏ। ਬਹੁਵੇ ਧਰਮ ਰੂਪੀ ਕਰਤਾ ਦੀਸੈ ਸਭ ਲੋਏ। ਸਾਰੇ ਧਰਮਾਂ ਨੂੰ ਵਿਚਾਰ ਕੇ ਦੇਖਦਿਆਂ ਦੁਨੀਆ ਕਰਦੀ ਵੀ ਆ, ਪਰ ਪਰਮੇਸ਼ਰ ਦੇ ਦਰਸ਼ਨ ਮੁਕਤੀ ਕਿਸੇ ਨੂੰ ਵੀ ਨਹੀਂ ਮਿਲਦੀ।
ਪਾਰ ਕੈਸੇ ਪਾਇਰੇ ਮੁਸੋ ਕੂ ਨਾ ਕਹਿ ਜਾਤੇ ਆਵਾ ਗਵਣ ਬੁਲਾਏ, ਜਿਸ ਸਦਕਾ ਜਨਮ ਮਰਨ ਦਾ ਚੱਕਣ ਖਤਮ ਹੋ ਜਾਏ, ਪਰਮੇਸ਼ਰ ਦਾ ਮਿਲਾਪ ਹੋ ਜਾਏ। ਬਹੁ ਵੇ ਧਰਮ ਰੂਪੇ ਕਰਤਾ ਦਿਸੈ ਸਭ ਲੋਏ, ਕਵਨ ਕਰਮ ਤੇ ਛੂਟੀ ਜੇ ਸਾਧੇ ਸਭ ਸਿੱਧ ਹੋਏ। ਉਹ ਕਿਹੜਾ ਕਰਮ ਹੈ ਜਿਹਨੂੰ ਕਮਾ ਕੇ ਸਾਰੇ ਕੰਮ ਸੌਰ ਜਾਂਦੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਰੱਬ ਦੀ ਦੀਦਾਰ ਹੋ ਜਾਂਦੀ। ਕਰਮ ਅਕਰਮ ਵਿਚਾਰੀਏ ਸ਼ੰਕਾ ਸੁਣ ਵੇਦ ਪੁਰਾਨ, ਸੰਸਾ ਸਦ ਹਿਰਦੇ ਵਸੀ ਕੌਣ ਹਿਰੇ ਅਭਿਮਾਨ। ਅੰਦਰੋਂ ਹਉਮੈ ਤਾਂ ਮਰੀ ਨਹੀਂ, ਫਿਰ ਰੱਬ ਦਾ ਰੂਪ ਕਿਵੇਂ ਹੋ ਸਕਦੇ ਨੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਸ਼ੰਕਾ ਸੁਣ ਵੇਦ ਪੁਰਾਨ, ਸੰਸਾ ਸਦ ਹਿਰਦੇ ਵਸੇ ਕੌਣ ਹਿਰੇ ਅਭਿਮਾਨ। ਬਾਹਰ ਉਦਕ ਭਿਖਾਰੀ, ਬਾਹਰੋਂ ਤੇ ਦਿਖਾਵੇ ਲਈ ਹਾਥੀ ਦੀ ਤਰ੍ਹਾਂ ਦੁਨੀਆ ਦੀ ਤੀਰਥਾਂ ਦੇ ਇਸ਼ਨਾਨ ਕੀਤੇ ਜਾਂਦੇ ਨੇ, ਪਰ ਅੰਦਰ ਦਵੈਤ ਦੀ ਮੈਲ ਹੈ, ਵਿਕਾਰਾਂ ਦੀ ਮੈਲ ਹੈ, ਸ਼ੰਕਾਂ ਦੀ ਮੈਲ ਹੈ, ਮੈਂ ਮੇਰੀ ਹਉਮੈ ਦੀ ਮੈਲ ਹੈ। ਬਾਹਰ ਉਦਕ ਭਿਖਾਰੀਏ ਘਟ ਭੀਤਰ ਵਿਵਿਧ ਕਾਰ, ਸ਼ੁੱਧ ਕਵਨ ਪਰ ਹੋਵੇ ਸੁੱਚ ਕੁੰਚਰ ਵਿਦ ਵਿਹਾਰ। ਰਬ ਪ੍ਰਗਾਸ ਰਜਨੀ ਜਥਾ ਗਤ, ਸੂਰਜ ਜਦੋਂ ਚੜ੍ਹਦਾ ਹੈ ਰਾਤ ਦਾ ਹਨੇਰਾ ਖਤਮ ਹੋ ਜਾਂਦਾ ਹੈ, ਇੱਕ ਪੂਰੀ ਦੁਨੀਆ ਜਾਣਦੀ ਹੈ। ਪਰਮ ਪਰਸ ਗੁਰ ਭੇਟੀ, ਜਦੋਂ ਪਰਮ ਪਾਸ ਰੂਪੀ ਪਰਮੇਸ਼ਰ ਸਰੂਪ ਸਤਿਗੁਰਾਂ ਦਾ ਦੀਦਾਰ ਹੁੰਦਾ ਹੈ, ਮਿਲਾਪ ਹੁੰਦਾ ਹੈ, ਉਨ ਮਨ ਮਨ ਉਹੀ ਮਨ ਜਿਹੜਾ ਟਿਕਦਾ ਨਹੀਂ, ਉਹੀ ਮਨ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਮਨ ਹੀ ਮਿਲੇ, ਮਨ ਵਿੱਚ ਉਹੀ ਪਰਮੇਸ਼ਰ ਦੇ ਦੀਦਾਰ ਹੋ ਜਾਂਦੇ। ਛੁਟਕਤ ਬੱਜਰ ਕਪਾਟ, ਜਿਹੜੀ ਭਰਮ ਦੀ ਹਉਮੈ ਦੀ ਮੈਂ ਮੇਰੀ ਦੀ ਊਚ ਨੀਚ ਦੀ ਕੰਧ ਸੀ, ਸਾਰੀ ਢਹਿ ਜਾਂਦੀ ਹੈ, ਟੁੱਟ ਜਾਂਦੀ ਹੈ। ਸੋਈ ਵਸ ਰਸ ਮਨ ਮਿਲੇ, ਜਿਸ ਮਨ ਨੂੰ ਕਦੀ ਰਸ ਨਹੀਂ ਸੀ ਆਇਆ, ਉਹ ਅੰਮ੍ਰਿਤ ਰਸ ਪਰਮੇਸ਼ਰ ਦਾ ਝਰਨਾ ਵਗਦਾ ਏ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ, ਨਰਗੁਣ ਆਪ ਸਰਗੁਣ ਵੀ ਉਹੀ। ਇਹ ਪਤਾ ਲੱਗ ਗਿਆ ਕਿ ਸੰਸਾਰ ਵਿੱਚ ਵੀ ਉਹੀ ਆ ਤੇ ਨਿਰੰਕਾਰ ਨਿਰਗੁਣ ਸਰੂਪ ਵੀ ਪਰਮੇਸ਼ਰ ਆਪ ਹੀ ਹੈ। ਤੇ ਪਾਤਸ਼ਾਹ ਦੇ ਬਚਨ ਨਿਰਗੁਣ ਆਪ ਸਰਗੁਣ ਵੀ ਉਹੀ। ਇੱਥੇ ਪਾਤਸ਼ਾਹ ਕਹਿੰਦੇ ਪਰਮ ਪਰਸ ਗੁਰ ਭੇਟੀਏ, ਪੂਰਵ ਲਿਖਤ ਲਲਾਟ, ਪੂਰਵਲੇ ਕਰਮ ਜਦੋਂ ਫਲਦੇ ਨੇ, ਜ਼ਿੰਦਗੀ ਦੀ ਕੀਤੀ ਹੋਈ ਕਮਾਈ ਜਦੋਂ ਸਫਲ ਹੁੰਦੀ ਹੈ, ਉੱਥੇ ਪਾਤਸ਼ਾਹ ਕਹਿੰਦੇ ਭੇਟਿਓ ਪੁਰਖ ਰਸ ਕਵੈ ਰਾਗੀ, ਫਿਰ ਪੂਰਮ ਗੁਰੂ ਦਾ ਮਿਲਾਪ ਹੁੰਦਾ ਹੈ। ਪਰਮ ਪਰਸ ਗੁਰ ਭੇਟੀਏ ਪੂਰਵ ਲਿਖਤ ਲਲਾਟ, ਉਨਮਨ ਮਨ ਹੀ ਮਿਲੇ, ਛੁਟਕਤ ਬੱਜਰ ਕਪਾਟ, ਭਗਤ ਜੁਗਤ ਮਤ ਸਤ ਕਰੀ। ਭਗਤੀ ਦੀ ਜੁਗਤੀ ਤੇ ਮੁਕਤੀ ਦੀ ਜੁਗਤੀ ਸਤਿਗੁਰੂ ਦੱਸਦੇ ਨੇ। ਪਰਮ ਬੰਧਨ ਕਾਟ ਵਿਕਾਰ, ਫਿਰ ਭਰਮਾਂ ਦੇ ਬੰਧਨ ਕੱਟੇ ਜਾਂਦੇ ਨੇ, ਸ਼ੰਕੇ ਮਿਟ ਜਾਂਦੇ ਨੇ। ਸੋਈ ਵਸ ਰਸ ਮਨ ਮਿਲੇ, ਉਸ ਪਰਮੇਸ਼ਰ ਦੀ ਅੰਮ੍ਰਿਤ ਦਾ ਰਸ ਮਨ ਨੂੰ ਮਿਲਣਾ ਸ਼ੁਰੂ ਹੋ ਜਾਂਦਾ। ਗੁਣ ਨਿਰਗੁਣ ਏਕ ਵਿਚਾਰ, ਅਨਕ ਜਤਨ ਨੈ ਗ੍ਰਿਕੇ ਟਾਰੀਆਂ ਟਾਰੀ, ਪਰਮ ਪਾਸ ਪ੍ਰੇਮ ਭਗਤ ਨੇ ਉਪਜੇ ਤਾਂ ਤੇ ਰਵਦਾ। ਜਦੋਂ ਤੱਕ ਪਰਮ ਪਿਤਾ ਪਰਮੇਸ਼ਰ ਰੂਪ ਗੁਰੂ ਦੀ ਮਿਹਨਤ ਨਹੀਂ ਹੁੰਦੇ, ਉਹਨਾਂ ਚਿਰ ਜੀਵ ਭਟਕਦਾ ਹੀ ਰਹਿੰਦਾ ਹੈ। ਤੇ ਸੱਸ ਇਸ ਤਰ੍ਹਾਂ ਇੱਕ ਦਿਨ ਨਹੀਂ, ਬਹੁਤ ਦਿਨ ਸਤਸੰਗ ਚੱਲਿਆ। ਤੇ ਦੂਸਰੇ ਸ਼ਬਦ ਇੱਕ ਦਿਨ ਸਤਸੰਗ ਦੀ ਸਵਾਮੀ ਰਾਮਾਨੰਦ ਸਾਹਮਣੇ ਬੈਠੇ ਆ, ਤੇ ਸਤਿਗੁਰ ਨੇ ਐਸੀ ਮਿਹਰ ਬਰਸਾਈ ਤੇ ਬਚਨ ਕਹਿ ਦਿੱਤਾ, ਤੁਝਹਿ ਸੁਝਾਂਤਾ ਕਛੂ ਨਾਹੀ, ਪਹਿਰਾਵਾ ਦੀਖ ਊਬ ਜਾਹੇ। ਐ ਡੀਵ ਐ ਪ੍ਰਾਣੀ, ਤੈਨੂੰ ਕੁਝ ਸੁਝਦਾ ਨਹੀਂ, ਤੂੰ ਐ ਆਪਣੇ ਸੋਹਣੇ ਸਰੀਰ ਨੂੰ ਸੋਹਣੇ ਪਹਿਰਾਵਿਆਂ ਦੇ ਵਿੱਚ ਉਲਝ ਗਿਆ ਏ। ਪਹਿਰਾਵਾ ਦੇਖ ਊਬ ਜਾਹੈ, ਤੁਝੇ ਸੁਝਾਂਤਾ ਕਛੂ ਨਾਹੀ, ਤੇਰੀ ਸਮਝ ਵਿੱਚ ਕੁਝ ਨਹੀਂ ਆਉਂਦਾ, ਕਿਉਂਕਿ ਘਟ ਘਟ ਮੈਂ ਹਰਜੂ ਵਸੇ। ਅੰਦਰ ਪਰਮੇਸ਼ਰ ਬੈ ਖੁਸ਼ਤੀ ਉਹਦੀ ਲੈਣੀ ਏ, ਤੇ ਦੁਨੀਆ ਦੇ ਕੌਣ ਵੱਡਾ, ਮਾਇਆ ਵਡਿਆਈ ਸੋ ਵੱਡਾ ਜਿਨ ਨਾਮ ਲੈ। ਦੁਨੀਆ ਦੀ ਸ਼ੋਹਰਤ ਕਰਕੇ ਕੋਈ ਵੱਡਾ ਨਹੀਂ ਹੈ। ਇਸ ਲਈ ਸਾਹਿਬ ਨੇ ਬਚਨ ਆਖਿਆ, ਤੁਝਾ ਸੁਝਾਂਤਾ ਕਛੂ ਨਾਹੇ, ਪਹਿਰਾਵਾ ਦੇਖ ਊਬ ਜਾਹੇ, ਗਰਭਵਤੀ ਕਾ ਨਾਹੇ ਠਾਉ। ਸਤਿਗੁਰੂ ਦਾਸ ਬਚਨ ਕਰਦੇ ਨੇ ਕਿ ਹੰਕਾਰੀ ਬੰਦੇ ਨੂੰ ਤਾਂ ਧਰਤੀ ਵੀ ਥਾਂ ਨਹੀਂ ਦਿੰਦੇ। ਘਰ ਵਾਲੇ ਵੀ ਇੱਕ ਦਿਨ ਕਹਿੰਦੇ ਵੀ ਇੰਨੀ ਹਉਮੈ ਨਹੀਂ ਚੰਗੀ, ਤੂੰ ਕਿਸੇ ਹੋਰੀ ਜਗ੍ਹਾ ਜਾ ਕੇ ਨਿਵਾਸ ਕਰ ਲੈ, ਜਾਂ ਅਸੀਂ ਬਾਹਰ ਚਲੇ ਜਾਂਦੇ। ਗਰਭਵਤੀ ਕਾ ਨਾਹੀ ਠਾਉ, ਤੇਰੀ ਗਰਦਨ ਉੱਪਰ ਲਵੈ ਕਾਉ, ਸਿਰ ਦੇ ਉੱਪੇ ਹਰ ਸਮੇਂ ਮੌਤ ਰੂਪੀ ਕਾਲ ਤੈਨੂੰ ਸੁਨੇਹਾ ਦੇ ਰਿਹਾ ਏ। ਉਮਰਾਂ ਘਟ ਰਹੀ ਹੈ ਕਿ ਅਜੂਹੂ ਸਮਝ ਕਛ ਵਿਗੜਿਓ ਨਾਹੀ, ਭਜ ਲੈ ਨਾ ਮੁਰਾਦ। ਸਮਝ ਕਰ ਤੇਰੀ ਉਮਰ ਘਟਦੀ ਜਾ ਰਹੀ, ਸਵਾਸ ਸਵਾਸ ਬੀਤਦੇ ਨੇ, ਘਟਦੇ ਜਾ ਰਹੇ ਨੇ। ਤੇਰੀ ਗਰਦਨ ਉੱਪਰ ਲਵੈ ਕਾਉ, ਤੂੰ ਕਾਏ ਗਰਵੈਂਗਾ ਬਾਵਲੀ। ਉਹ ਕਮਲਿਆ ਝੱਲਿਆ, ਤੂੰ ਕਾਹਦਾ ਮਾਣ ਕਰਦਾ ਹੈ। ਤੂੰ ਕਾਏ ਗਰਵੈਂ ਬਾਵਲੀ, ਜੈਸੇ ਭਾਦੋ ਖੂੰਭ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਜਿਵੇਂ ਭਾਦੋਂ ਦੇ ਮਹੀਨੇ ਤੇ ਵੱਡੀ ਖੁੰਭ ਵੀ ਕੇਵਲ 24 ਘੰਟੇ ਦੇ ਵੱਧ ਨਹੀਂ ਸਮਾਂ ਕੱਢਦੀ, ਉਹ ਵੀ ਸੱਕ ਸੁੱਟ ਜਾਂਦੀ। ਇਹ ਤੇਰਾ ਜਿਹੜਾ ਜੀਵਨ ਹੈ ਇਹ ਬਹੁਤਾ ਲੰਬਾ ਨਹੀਂ। ਇਹ ਤੇ ਜ਼ਿੰਦਗੀ ਦਾ ਪੜਾਅ ਇੱਕ ਸੰਸਾਰ ਤੇ ਤੂੰ ਕੱਟਣ ਆਇਆ, ਤੂੰ ਕਬਜ਼ਾ ਕਰਕੇ ਬਹਿ ਗਿਆ। ਤੈਨੂੰ ਸਮਝ ਆਉਣੀ ਚਾਹੀਦੀ ਹੈ ਕਿੱਥੇ ਤੈਂਡੇ ਮਾਪਿਆਂ ਜਿਹਨੀ ਤੂੰ ਜਣਿਆ, ਤੈਂ ਪਾਸੋਂ ਉਹ ਲੱਦ ਗਿਆ, ਤੂੰ ਅਜੇ ਨਾ ਪਤੀਣੋ। ਤੈਨੂੰ ਸਮਝ ਨਹੀਂ ਪੈਂਦੀ ਤੇਰੇ ਪਿਓ ਦਾਦੇ ਕਿੱਥੇ ਚਲੇ ਗਏ ਨੇ, ਤੇਰੇ ਸੰਗੀ ਸਾਥੀ ਚਲੇ ਗਏ ਨੇ। ਸਮਝ ਕਰ, ਇਸ ਜ਼ਿੰਦਗੀ ਉੱਤੇ ਤੂੰ ਕੁਝ ਖੱਟਣ ਆਇਆ ਹੈ, ਕਮਾਉਣ ਆਇਆ। ਇਸ ਲਈ
तेरी गर्दन ऊपर लवै काऊं तू काई गर्भै बावली, जैसी भादों खूं बराज तू तिस ते खरी उतावली। जैसे कुरंक नहीं पायो भेद, कहते जिमें हरण की नाभि विच साध संगत की कस्तूरी हुंदी, इस तरह घट घट मैं हरजू वसी। परमेश्वर रूपी कस्तूरी परमात्मा हर सरीर के अंदर है, घट घट विच है, पर सानू आनंद अंदरों आउंदा है, पर असीं लभदे बाहर फिरदे हैं। जिमें हरण ਉਹਨੂੰ ਮਹਿਕ ਤੇ ਅੰਦਰੋਂ ਆਉਂਦੀ ਹੈ, ਭੁਲੇਖੇ ਵਿੱਚ ਲੱਭਦਾ ਬਾਹਰ ਫਿਰਦਾ ਹੈ, ਜੰਗਲ ਵਿੱਚ ਝਾੜੀਆਂ ਵਿੱਚ ਸਿਰ ਸੰਗ ਫਸ ਜਾਂਦੇ ਆ, ਤੇ ਪਾਤਸ਼ਾਹ ਦੀ ਪਤਛਾਣ ਤੋਂ ਆਉਂਦਾ। ਅਸੀਂ ਪਦਾਰਥਾਂ ਵਿੱਚ ਫਸ ਕੇ ਅੰਦਰਲੇ ਆਨੰਦ ਨੂੰ ਬਾਹਰੋਂ ਲੱਭਦੇ ਹਾਂ, ਤੇ ਸਾਡੀ ਜ਼ਿੰਦਗੀ ਵਿਅਰਥ ਚਲੀ ਜਾਂਦੀ। जैसे कुरंक ने पायो भेद तन सुगंध ढूंढे परदेस, अप तन का जो करे विचार तिस नहीं जम कंकर करी खुआर। जिहड़ा अपने तन दे अंदर मन नूं खोजदा है, इसलिए पातशाह कहंदे ने मन खोडे जो मन खोडा अपना तो मिलिया दिलदार। ते सत्संग दी इत्थे पातशाह ने बचन आखे ने तेरी गर्दन ऊपर लवे काऊं तू काए गर्भै बावली, जैसे भादों खूं बराज तू तिस्ते खरी उतावली। जैसे कुरंक नहीं पायो भेद तन सुगंध ढूंढे परदेस, अब तन कवडू करी विचार तिस नहीं जम कंकर करे खुआर। जिहड़े अपने तन दे अंदरों परमेश्वर नूं प्राप्त उहनूं फिर जम तां उहदी दूरों नमस्कारां करदा है। इसलिए पातशाह दे बचन ने जह साधु गोबिंद भजन कीर्तन नानक नीत, ना होना तू नै छुटे निकट ना जायू। ऐ जमदूत जिथे मेरे प्यारे साधु रब दा नां लैंदे आ, सिमरन करदे आ, सत्संग करदे, उत्थे भुल के भी ना जाई। जे चले गया तो मैनू भी फटकारा पैणियां ते तैनूं ते छुट्टण लई राह नहीं लभना। इसलिए सत्संग दी पातशाह दे बचन तन सुगंध ढूंढे परदेस, अप तन का जो करी विचार तिस नहीं जम कंकर करे खुआर। ठाकुर लेखा मंगणहार, अप तन का जो करी विचार तिस नहीं जम कंकर करे खुआर। साधु की जो ले ओट, जिहड़ा अपने सतगुर दे चरणां दी आसरा ले लैंदा है, टेक ले लैंदा है, तेरे मिटै पाप सब कोट फे। पूर्ण साधु पूर्ण सतगुरु जीवन दे कीते हुए करोड़ां कर्मां नूं नाश कर दिंदा है, कट दिंदा है। साधु की जो लेवट तेरे मिटै पाप सब कोट कोट, कहर वदा जो जपै नाम। सतगुर दे मेहर सदका बख्शिया होया नाम सिमरन जदों प्राप्त हुंदा है, ते पातशाह कहंदे ने तिस जात ना जन्म ना जोन कांफे, जन्म मन का चक्कर खत्म होंदा, प्रभु का मिलाप होंदा है। तो साडी ये बचन ना सुने स्वामी रामानाथ जी ने, ते सत्संग दी हिरदे तो कुर्बान चले गए। इतिहास विच विचार मिलते हैं कि उस समय स्वामी रामानाथ जी ने सत्संग दी आपा समर्पित कर दिता धन सतगुरु रविदास महाराज चरण अंदर, ते चरण विच नमस्कार करके अमर दी दात नाम दी दात प्राप्त की। धन गुरुदास बचन करते हैं, अब विपर प्रधान करें डंडो, तेरे नाम सरनाई रविदास दा सान दासा। ये परमेश्वर ये तेरी किरपा है, अज तेरे नाम सिमरन सदका जिहड़े परछावें तो पिंड मंनदे सी, अड सिमरन दी दात जीवन का ज्ञान प्राप्त करके अपने आप नूं सत्संग दी पातशाह कहंदे ने कि जीवन सफला करते हैं। ये परमेश्वर तेरी किरपा है। तो सत्संग दी फिर ऐसी सतगुर दी महिमा होई ना, जिमें राजा पीपा सतगुर दी सेवक बन के एक दिन सेवा टहर ऐसी कमाई हिरदे विचों बचन प्रगट होए सी, कायों देवा कायों दीवल कायों जंगम जाति कायों धूप दीव ने बेदा कायों पूचों पाते, काया मोखंड खोजते मैं नवनित पाई जो ब्रह्म मंडे सोई पिंडे, जो खोजे सो पावै पीपा पढ़वै परम तत् है सतगुरु होई लिखावे। असलीयत है, सच है, अटल सच्चाई जे सतगुरु मिल जाण तां वो जिहड़ा परमेश्वर कण कण विच है उही हिरदे विच दिखा दिंदे ने। ते सत्संग जदों ਉਹ ਅਵਸਥਾ ਹੋਈ ਨਾ, स्वामी रामानंद जी सासी हिरदे के अंदर सतगुरु दास महाराज शब्द जिहड़ा आपां सरवण कीता, तो जह सुझांता कछू नाहे बसंत राग के अंदर जदों ये शब्द सरवण कीता ते सत्संग दे सतगुर के चरणों विचों अमर दी दात नाम दी दात प्राप्त की, ते सत्संग दी हिरदे के अंदर वो सतगुर दी मेहर होए कवाड़ खुल गए, ते बसंत राग अंदर सत्संग दी प्रवेश कर जाते हैं स्वामी रामानंद। गुर कृपा दे नरको कीनी ताओ ये जुगत पछानी, नानक लीन भयो गोबिंद सो ज्यों पानी संग पानी। जिवें पानी दे नाल पानी मिलदा है, इउं अज जिहड़ी अंदर आत्मा परमात्मा दे नाल जदों मेल होया, फिर रब परमेश्वर बाणी दे रूप अंदर स्वामी रामानंद जी हिरदे विचों बोल प्रगट होए ने। ते अज दा शब्द सतगुरां ने वचन आखिआ है, सत्संग दी कत जाइए रे कर लागू रंगू, मेरा चित ना चले
ਮਨ ਭਇਓ ਪੰਗ। ਰਹਾਉ। ਸਾਧ ਸੰਗਤ ਜੀ ਤੇ ਸਾਧ ਜਦੋਂ ਦਾਤ ਲੈ ਕੇ ਸਿਮਰਨ ਦੀ ਦਾਤ ਲੈ ਕੇ ਨਾ ਬਨਾਸ ਦੇ ਉੱਤੇ, ਫਿਰ ਜਿਹੜੇ ਨਾਲ ਦੇ ਸਾਧੂ ਸੀ ਉਹ ਕਹਿੰਦੇ ਹੁਣ ਰਾਮਾਨੰਦ ਜੀ ਹੁਣ ਚਲੋ ਆਪਾਂ ਪਾਵਨ ਪਵਿੱਤਰ ਠਾਕੁਰ ਦੁਆਰੇ ਜਾ ਕੇ ਸੇਵਾ ਕਰੀਏ, ਚੰਦਨ ਭੇਟਾ ਕਰੀਏ, ਪ੍ਰਸਾਦ ਭੋਗ ਲਵਾਈਏ। ਤੇ ਸਾਸੀ ਹਿਰਦੇ ਤੋਂ ਬੋਲ ਪੈਦਾ ਹੋ ਗਏ। ਬਚਨ ਆਖਿਆ ਕਤ ਜਾਈਏ ਰੇ ਕਰ ਲਾਗੂ ਰੰਗ। ਹੁਣ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ, ਹੁਣ ਤੇ ਹਿਰਦੇ ਰੂਪੀ ਘਰ ਦੇ ਅੰਦਰ ਹੀ ਪਰਮੇਸ਼ਰ ਦੇ ਨਾਮ ਦਾ ਰੰਗ, ਪਰਮੇਸ਼ਰ ਦੀ ਰਹਿਮਤ, ਪਰਮੇਸ਼ਰ ਪ੍ਰੇਮ ਦੇ ਰੂਪ ਅੰਦਰ ਪ੍ਰਗਟ ਹੋ ਗਿਆ ਹੈ। ਕਤ ਜਾਈਏ ਰੇ, ਹੁਣ ਕਿੱਥੇ ਜਾਣਾ ਹੈ? ਹੁਣ ਕਿਤੇ ਜਾਣ ਨੂੰ ਮਨ ਨਹੀਂ ਕਰਦਾ। ਹਿਰਦੇ ਰੂਪੀ ਘਰ ਦੇ ਅੰਦਰ ਹੀ ਸਤਿਗੁਰ ਦੀ ਪ੍ਰੇਮ ਦਾ ਰੰਗ ਚੜ੍ਹ ਗਿਆ ਹੈ। ਉਸੇ ਨੂੰ ਪਾਤਸ਼ਾਹ ਕਹਿੰਦੇ ਨੇ ਰੱਤੀ ਸਈ ਦੀ ਮੁੱਖ ਨਾ ਮੋੜਨ ਜਿਨੀ ਸੰਜਾਤਾ ਸਾਈਂ। ਜਿਨ੍ਹਾਂ ਨੇ ਮਾਲਕ ਨੂੰ ਪਛਾਣ ਲਿਆ ਏ ਉਹ ਫਿਰ ਮੁੱਖ ਨਹੀਂ ਮੋੜਦੇ। ਤੇ ਸਾਧ ਸੰਗਤ ਜੀ ਹਰ ਨਾਮਾ ਹਰ ਰੰਗ ਹੈ। ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਨਾਮ ਦਾ ਪੱਕਾ ਰੰਗ ਹੈ, ਮਜੀਠਾ ਰੰਗ ਹੈ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਗੁਰ ਤੁੱਠਾ ਹਰ ਰੰਗ ਚਾੜਿਆ ਫਿਰ ਬੌੜ ਨਾ ਹੋਵੇ। ਜਦੋਂ ਸਤਿਗੁਰੂ ਪ੍ਰਸੰਨ ਹੋ ਕਰਕੇ, ਤੁੱਠਮਾ ਹੋ ਕਰਕੇ, ਮਿਹਰਬਾਨ ਹੋ ਕਰਕੇ ਨਾਮ ਦਾ ਰੰਗ ਚਾੜਦੇ ਨੇ ਫਿਰ ਉਹ ਭੰਗ ਨਹੀਂ ਹੁੰਦਾ। ਫਿਰ ਸਾਧ ਦੀ ਉੱਥੇ ਫਿਰ ਸਾਧ ਦੀ ਇੱਧਰ ਉੱਧਰ ਦੀਆਂ ਗੱਲਾਂ ਮੁੱਕ ਜਾਂਦੀਆਂ ਨੇ। ਫਿਰ ਮਨ ਨਹੀਂ ਕਰਦਾ ਕਿ ਕਿਸੇ ਦੀ ਬੁਰਾਈ ਕਰੀਏ, ਕਿਸੇ ਦਾ ਬੁਰਾ ਤੱਕੇ, ਕਿਸੇ ਦੀ ਚੁਗਲੀ ਕਰੀਏ, ਕਿਸੇ ਦੀ ਗੱਲ। ਫਿਰ ਤਾਂ ਮਨ ਟਿਕ ਜਾਂਦਾ ਹੈ ਸਤਿਗੁਰ ਦੇ ਚਰਨਾਂ। ਇਸ ਲਈ ਸਤਿਗੁਰ ਸਵਾਮੀ ਰਾਮਾਨੰਦ ਜੀ ਬਚਨ ਕਰਦੇ ਨੇ ਕਤ ਜਾਈਏ ਰੇ। ਕਹਿੰਦੇ ਹੁਣ ਤੁਸੀਂ ਜਾਓ, ਮੇਰਾ ਮਨ ਨਹੀਂ ਕਰਦਾ। ਹੁਣ ਤੇ ਹਿਰਦੇ ਘਰ ਵਿੱਚ ਹੀ ਗੁਰੂ ਨੇ ਪ੍ਰੇਮ ਪ੍ਰਗਟ ਕਰ ਦਿੱਤਾ ਹੈ, ਨਾਮ ਦਾ ਰੰਗ ਚੜ੍ਹ ਗਿਆ। ਕਤ ਜਾਈਏ ਰੇ ਕਰ ਲਾਗੂ ਰੰਗ। ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਮਨ ਹੋ ਗਿਆ ਪਿੰਗਲਾ ਡੇ ਹੁਣ ਜਾਓ ਲੋੜ ਨਾ ਰਹੀ ਦੁਆਰੇ ਜਾਣ ਦੀ। ਮਨ ਹੁਆ ਪਿੰਗਲਾ ਡੀ ਲੋੜ ਨਹੀਂ ਰਹੀ ਦੁਆਰੇ ਜਾਣ ਦੀ। ਹੁਣ ਕਹਿੰਦੇ ਕਿਸੇ ਦੁਆਰ 'ਤੇ ਜਾਣ ਦੀ ਲੋੜ ਹੀ ਨਹੀਂ ਰਹੀ। ਹੁਣ ਤੇ ਹਿਰਦੇ ਘਟ ਅੰਦਰ ਹੀ ਇਹ ਘਟ ਹੀ ਮੰਦਰ ਬਣ ਗਿਆ ਹੈ। ਹਿਰਦੇ ਹੀ ਮੰਦਰ ਬਣ ਗਿਆ। ਹਿਰਦੇ ਅੰਦਰ ਹੀ ਪਰਮਾਤਮਾ ਪ੍ਰਗਟ ਹੋ ਗਿਆ। ਕਤ ਜਾਈਏ ਰੇ ਕਰ ਲਾਗੂ ਰੰਗ। ਮੇਰਾ ਚਿੱਤ ਨਾ ਚੱਲੇ। ਹੁਣ ਚਿੱਤ ਨਹੀਂ ਕਹਿੰਦੇ ਤੁਰਦਾ, ਮਨ ਚੱਲਦਾ ਨਹੀਂ ਹੈ। ਮਨ ਭਇਓ ਪੰਗ। ਜਿਸ ਮਨ ਨੇ ਚੱਲਣ ਨੂੰ ਕਹਿਣਾ ਸੀ ਉਹ ਮਨ ਪਿੰਗਲਾ ਹੋ ਗਿਆ। ਚਿੱਤ ਨਾ ਚੱਲੇ ਮਨ ਭਇਓ ਪੰਗ। ਕਿਉਂਕਿ ਮਨ ਨੂੰ ਖੋਡਿਆ ਹੀ ਤੋ ਮਿਲਿਆ ਦਿਲਦਾਰ, ਦਿਲ ਦਾ ਮਾਲਕ ਮਿਲ ਗਿਆ। ਇਸ ਲਈ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਰਹਾਉ। ਏਕ ਦਿਵਸ ਮਨ ਭਈ ਉਮੰਗ। ਉਹ ਕਹਿੰਦੇ ਸਮਾਂ ਸੀ, ਉਹ ਵੀ ਸਮਾਂ ਸੀ ਜਦੋਂ ਹਿਰਦੇ ਅੰਦਰ ਚਾਹ ਹੁੰਦੀ ਸੀ ਕਿ ਕਸ ਚੰਦਨ ਚੂਆ ਬਹੁਤ ਸੁਗੰਧ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਲੈ ਕਰਕੇ ਅਸੀਂ ਮੰਦਰ ਵਿੱਚ ਠਾਕੁਰ ਦੁਆਰੇ ਵਿੱਚ ਜਾ ਕੇ ਭੇਟਾਵਾਂ ਚੜਾਉਂਦੇ ਸਾਂ, ਸੇਵਾਵਾਂ ਕਰਦੇ ਸਾਂ। ਏਕ ਦਿਵਸ ਮਨ ਭਈ ਉਮੰਗ। ਉਹ ਵੀ ਕਹਿੰਦੇ ਸਮਾਂ ਸੀ, ਉਹ ਵੀ ਦਿਨ ਸੀ। ਕਸ ਚੰਦਨ ਚੂਆ ਬਹੁਤ ਸੁਗੰਧ। ਮੈਂ ਆਪ ਸੁਗੰਧੀਆਂ ਅਤਰ ਚੰਦਨ ਵਗੈਰਾ ਆਪ ਲਿਜਾਂਦਾ ਹੁੰਦਾ ਸੀ। ਪਰ ਅੱਡ ਪੂਜਨ ਚਾਲੀ ਬ੍ਰਹਮ ਠਾਏ। ਜਿਸ ਬ੍ਰਹਮ ਰੱਬ ਦੀ ਪਰਮੇਸ਼ਰ ਦੀ ਪੂਜਾ ਲਈ ਮੈਂ ਜਾਂਦਾ ਸੀ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ। ਉਹ ਬ੍ਰਹਮ ਜਿਸ ਨੂੰ ਅਸੀਂ ਬਾਹਰ ਲੱਭਦੇ ਸੀ। ਸੋ ਬ੍ਰਹਮ ਘਰ ਹੀ ਮਾਹੀ। ਸੋ ਬ੍ਰਹਮ ਬਤਾਇਓ ਗੁਰ ਘਟ ਹੀ ਮਾਹੀ। ਉਹ ਬ੍ਰਹਮ, ਉਹ ਪਰਮੇਸ਼ਰ ਤਾਂ ਸਰੀਰ ਰੂਪੀ ਘਰ ਵਿੱਚ ਹੀ ਵਸਦਾ ਹੈ। ਏਕ ਦਿਵਸ ਮਨ ਭਈ ਉਮੰਗ। ਕਸ ਚੰਦਨ ਚੂਆ ਬਹੁਤ ਸੁਗੰਧ। ਪੂਜਨ ਚਾਲੀ ਬ੍ਰਹਮ ਠਾਏ। ਮੰਦਰ ਵਿੱਚ ਠਾਕੁਰ ਦੁਆਰੇ ਵਿੱਚ ਕਹਿੰਦੇ ਪੂਜਾ ਲਈ ਜਾਂਦੇ ਸਨ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ। ਅੱਜ ਗੁਰੂ ਮਿਲੇ ਨੇ, ਉਹਨਾਂ ਨੇ ਦੱਸ ਦਿੱਤਾ ਉਹ ਬ੍ਰਹਮ, ਉਹ ਪਰਮੇਸ਼ਰ, ਉਹ ਪਰਮਾਤਮਾ ਤਾਂ ਹਿਰਦੇ ਵਿੱਚ ਹੀ ਵਸਦਾ ਹੈ। ਤੇ ਸਾਧ ਸੰਗਤ ਜੀ ਹੁਣ ਬਚਨ ਕਹਿ ਦਿੱਤਾ ਵੇਦ ਪੁਰਾਣ ਸਭ ਦੇਖੈ ਜੋਏ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਕਹਿੰਦੇ ਵੇਦਾਂ ਗ੍ਰੰਥਾਂ ਨੂੰ ਪੜ੍ਹ ਕੇ ਇਹ ਗਿਆਨ ਪ੍ਰਾਪਤ ਹੋਇਆ ਹੈ ਕਿ ਪਰਮੇਸ਼ਰ ਤਾਂ ਘਟ ਘਟ ਵਿੱਚ ਵਸਦਾ ਹੈ, ਕਣ ਕਣ ਵਿੱਚ ਵਸਦਾ ਹੈ।
ਹੁਣ ਕਹਿੰਦੇ ਉੱਥੇ ਤਾਂ ਜਾਈਏ ਜੇ ਇੱਥੇ ਰੱਬ ਨਾ ਹੋਵੇ। ਜਹ ਜਾਈਏ ਤਾਂ ਜਲ ਪਖਾਨ, ਤੂੰ ਪੂਰੇ ਹੋਇਆ ਸਰਵ ਸਮਾਨ। ਕਹਿੰਦੇ ਮੰਦਰ ਵਿੱਚ ਜਾਣਾ ਹੈ, ਉੱਥੇ ਸਰੋਵਰ ਹੈ। ਤੀਰਥਾਂ ਤੇ ਜਾਣਾ ਹੈ, ਉੱਥੇ ਸਰੋਵਰ ਨੇ ਇਸ਼ਨਾਨ ਕੀਤੇ ਜਾਂਦੇ ਨੇ। ਤੇ ਮੂਰਤੀਆਂ ਨੇ ਜਿਨ੍ਹਾਂ ਨੂੰ ਪ੍ਰਸਾਦ ਚੜਾਇਆ ਜਾਣਾ ਹੈ, ਤੇ ਤੂੰ ਪੂਰੇ ਹੈ ਸਰਵ ਸਮਾਨ। ਉਹ ਪਰਮੇਸ਼ਰ ਤਾਂ ਘੜ ਘੜ ਵਿੱਚ ਹਰ ਸਮੇਂ ਹਰ ਜਗ੍ਹਾ ਵਿਰਾਜਮਾਨ ਹੈ। ਫਿਰ ਕਹਿੰਦੇ ਹੁਣ ਮੰਦਰ ਜਾਣ ਦੀ ਲੋੜ ਨਹੀਂ, ਹੁਣ ਤਾਂ ਘਰ ਹੀ ਮੰਦਰ ਬਣ ਗਿਆ। ਘਰ ਲਾਗੂ ਰੰਗ, ਹਿਰਦੇ ਰੂਪੀ ਘਰ ਵਿੱਚ ਹੀ ਪਰਮੇਸ਼ਰ ਦਾ ਨਾਮ ਰੰਗ ਲੱਗ ਗਿਆ। ਪਰਮੇਸ਼ਰ ਪ੍ਰਗਟ ਹੋ ਗਿਆ ਹਿਰਦੇ ਅੰਦਰ ਹੀ। ਕਾਇਓ ਦੀਵਾ ਕਾਇਓ ਦੀਵਲ, ਕਾਇਓ ਜੰਗਮ ਜੋਤੀ, ਕਾਇਓ ਧੂਪ ਦੀਪ ਨਹੀਂ ਵਿਦਾ, ਕਾਇਓ ਪੂਜੋ ਪਾਤੀ। ਹੁਣ ਅੰਦਰਲੀ ਪਰਮੇਸ਼ਰ ਨੂੰ ਹੀ ਭੋਗ ਲਵਾਉਂਦੇ ਆ। ਇਸ ਲਈ ਵੇਦ ਪੁਰਾਣ ਸਭ ਵੇਖੈ ਜੋਏ, ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਰਾਮਾਨੰਦ ਸੁਆਮੀ ਰਮਤ ਬਰਮ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਕਹਿੰਦੇ ਅੱਜ ਰਾਮਾਨੰਦ ਮਾਲਕ ਪਰਮਪਿਤਾ ਪਰਮੇਸ਼ਰ ਸੁਆਮੀ ਦੀ ਰੰਗ ਵਿੱਚ ਰੰਗਿਆ ਗਿਆ। ਰਮਤ ਬ੍ਰਹਮ ਪਰਮੇਸ਼ਰ ਦੀ ਚਰਨਾਂ ਵਿੱਚ ਲੀਨ ਹੋ ਗਿਆ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਪਰ ਇਹ ਕਿਰਪਾ ਸਤਿਗੁਰੂ ਦੀ ਹੋਈ ਹੈ। ਗੁਰੂ ਦਾ ਸ਼ਬਦ ਕਰੋੜਾਂ ਭੈੜੇ ਕਰਮਾਂ ਨੂੰ, ਸਾਡੇ ਭਰਮਾਂ ਨੂੰ, ਸ਼ੰਕਿਆਂ ਨੂੰ, ਬੇਕਾਰਾਂ ਨੂੰ, ਖੋਟੇ ਕਰਮਾਂ ਨੂੰ ਕੱਟ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਇਸ ਲਈ ਸਤ ਸੰਗਤ ਜੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸੱਚ ਸੁਖਨ ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ ਗੁਰ, ਗੁਰ ਕਰੋ ਗੁਰ ਸਤ ਕਬ ਨਲ ਕਹੈ। ਜਿਨ ਗੁਰੂ ਨੇ ਦੇਖਿਓ ਨਹਿ ਕੀਓ ਤੀ ਅਕਿਆਤ ਸੰਸਾਰ। ਤੇ ਸਾਧ ਸੰਗਤ ਜੀ, ਰਹਿਓ ਸੰਤ ਹੋਂ ਟੂਲ ਸਾਧ ਬਹੁ ਤੀਰੇ ਡਿਠੇ। ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ। ਬਰਸ ਏਕੋਂ ਫੇਰਿਓ ਕਿਨੇ ਨਾ ਪਰਚੋ ਲਾਇਓ। ਗੁਰਦਈ ਮਲਾਇਓ ਭੇਖਿਆ, ਜਿਵ ਤੂੰ ਰੱਖੈ ਤੇ ਲੈ। ਗੁਰੂ ਨੂੰ ਲੱਭਣਾ ਪੈਂਦਾ ਈ। ਉਸੇ ਨੂੰ ਪਾਤਸ਼ਾਹ ਕਹਿੰਦੇ ਨੇ ਖੋਜ ਤੇ ਖੋਜ ਸੁਣੀ ਇਹ ਸੋਏ। ਸਾਧ ਸੰਗਤ ਬਿਨ ਤਰਿਆ ਨਾ ਕੋਈ। ਹਉ ਟੁਟੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ। ਗੁਰਮਿਲ ਭਗਤ ਗੁਰਮਿਲ ਭਰਮ ਗਵਾਇਆ ਹੀ। ਗੁਰੂ ਮਿਲਦਾ ਏ ਤਾਂ ਭਰਮ ਸ਼ੰਕੇ ਮਿਟਦੇ ਨੇ। ਇਹ ਬੁੱਧ ਪਾਈ ਮੈਂ ਸਾਧੂ ਕੰਨੋਂ, ਉਹ ਗਿਆਨ ਗੁਰੂ ਕੋਲੋਂ ਮਿਲਦਾ ਹੈ। ਲੇਖ ਲਿਖਿਓ ਧੁਰ ਮਾਥੇ, ਧੁਰ ਤੋਂ ਪਰਮੇਸ਼ਰ ਦੇ ਲੇਖ ਹੁੰਦੇ ਨੇ। ਪਰ ਜਦੋਂ ਸਮਾਂ ਆਉਂਦਾ ਏ ਤੇ ਸਥਾਨ ਆਉਂਦਾ ਏ ਤੇ ਸਾਧ ਸੰਗਤ ਜੀ ਉਹ ਲੇਖ ਉਗੜ ਆਉਂਦੇ ਨੇ। ਸਤਿਗੁਰੂ ਮਿਹਰਾਂ ਦਾ ਮੀਂਹ ਬਰਸਾ ਜਾਂਦੇ ਨੇ। ਉਸੇ ਨੂੰ ਪਾਤਸ਼ਾਹ ਕਹਿੰਦੇ ਨੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਗੁਰੂ ਦਾ ਦੀਦਾਰ ਵੱਡੀ ਖੁਸ਼ੀ, ਵੱਡਾ ਆਨੰਦ। ਤੇ ਅੱਜ ਗੁਰੂ ਮਿਲੇ ਨੇ ਸਤਿਗੁਰੂ ਗੁਰੂ ਰਵਿਦਾਸ ਜੀ ਤੇ ਸਵਾਮੀ ਰਾਮਾਨੰਦ ਜੀ। ਵੱਡਾ ਸੁਖ, ਵੱਡੀਆਂ ਖੁਸ਼ੀਆਂ ਬਾਣੀ ਦੇ ਰੂਪ ਅੰਦਰ ਗੁਰੂ ਹਿਰਦੇ ਅੰਦਰ ਪ੍ਰਗਟ ਕਰ ਦਿੱਤਾ। ਤੇ ਸਾਧ ਸੰਗਤ ਉਹਨੂੰ ਕਹਿੰਦੇ ਨੇ ਗੁਰੂ ਸਿੱਖ, ਸਿੱਖ ਗੁਰੂ ਇੱਕੋ ਗੁਰੂ ਉਪਦੇਸ਼ ਸਮਾਏ। ਤੇ ਸਾਧ ਸੰਗਤ ਜੀ ਅੱਜ ਰਹਿਮਤ ਬਰਖਾ ਕੀਤੀ ਹੈ ਸਤਿਗੁਰਾਂ ਨੇ। ਗੁਰੂ ਮੁਖ ਦੇ ਗੁਰੂ ਸੁਖ ਪਾਇਓ। ਹੁੱਤੀ ਜੂ ਪਿਆਸ ਪਿਊਸ ਪਿਬੰਨ ਕੀ। ਹੁੰਦੀ ਸਭਨਾਂ ਦੇ ਮਨ ਅੰਦਰ ਪਿਆਸ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ, ਪਰ ਮਿਲਦਾ ਕਿਹਨੂੰ ਹੈ? ਜਿਹੜੇ ਹਿੰਮਤ ਕਰਦੇ ਨੇ। ਤੇ ਸਾਧ ਸੰਗਤ ਜੀ ਹਿੰਮਤ ਮਰਦਾਂ ਤੇ ਸਾਧ ਸੰਗਤ ਜੀ ਜਿਹਨੂੰ ਕਹਿੰਦੇ ਨੇ ਹਿੰਮਤ ਮਰਦਾਂ ਮਦਦ ਦੀ ਖੁਦਾ। ਜਿਹੜੇ ਹਿੰਮਤ ਕਰਦੇ ਨੇ ਫਿਰ ਰੱਬ ਉਹਨਾਂ ਦੀ ਮਦਦ ਵੀ ਕਰਦਾ ਹੈ, ਉਹਨਾਂ ਨੂੰ ਮਿਲਾਪ ਵੀ ਬਖਸ਼ਦਾ ਹੈ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਹੁੱਤੀ ਜੂ ਪਿਆਸ ਪਿਊਸ ਪਿਬੰਨ ਗਈ। ਹੁੰਦੀ ਹੈ ਪਿਆਸ ਸਭਨਾਂ ਦੇ ਮਨ ਵਿੱਚ, ਪਰ ਬਾਂਛਤ ਹੁੰਦੇ ਨੇ। ਬੰਨ ਹੁੰਦਾ ਏ ਜਿਹਨੂੰ ਕਹਿੰਦੇ ਬੱਜਰ ਕਪਾਟ ਹੋਏ। ਬੱਜਰ ਦਾ ਜਿਹੜਾ ਦਰਵਾਜ਼ਾ ਹੈ ਗੁਰੂ ਖੋਲ੍ਹਦਾ ਹੈ। ਬੰਚਤ ਸਿੱਧ ਕੋ ਬਿੱਧ ਮਿਲਾਇਓ। ਐਸੀ ਵਿਧੀ ਮਿਲਦੀ ਹੈ ਤੇ ਗੁਰਾਂ ਦਾ ਦੀਦਾਰ ਹੋ ਜਾਂਦੇ ਨੇ, ਮਿਲਾਪ ਹੋ ਜਾਂਦਾ। ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠੌਰ ਵਸੇ। ਇਹ ਤਨ ਰੂਪੀ ਧਰਤੀ, ਜਿਉਂ ਕਿ ਧਰਤੀ ਦਾ ਦੇ ਵਿੱਚ ਗੋਣਿਆ ਤਾਤਿਆ, ਉਦੋਂ ਆਨੰਦਿਤ ਹੋ ਜਾਂਦੀ ਏ ਜਦੋਂ ਗੁਰੂ ਰੂਪੀ ਇਹਦੇ ਵਿੱਚ ਗੁਰੂ ਸ਼ਬਦ ਦਾ ਬੀਜ ਬੀਜਦਾ ਏ ਤੇ ਪੁੰਗਰ ਫੁੱਟਦਾ ਏ, ਫਲ ਲੱਗਦੇ ਨੇ। ਤੇ ਸਾਧ ਸੰਗਤ ਜੀ ਬੰਚਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠੌਰ ਵਸੇ। ਜਦੋਂ ਪੂਰਾ ਖਿਆਲ ਰੱਖਦਾ ਨਾ ਜ਼ਿਮੀਂਦਾਰ ਫਸਲ ਦਾ, ਫਿਰ ਆਪਾਂ ਕਹਿੰਦੇ ਐਤਕੀ ਤੇ ਡਾਢਾ ਫਲ ਲੱਗਾ ਏ, ਦੁੱਗਣੀ ਫਸਲ ਨਿਕਲੀ। ਤੇ ਇਸ ਲਈ ਪਾਤਸ਼ਾਹ ਕਹਿੰਦੇ ਨੇ ਬੰਚਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠੌਰ ਵਸੇ। ਰਸ ਵਾਸਨ ਸੀ, ਜਿਹੜਾ ਰਸ ਨੱਠਾ ਫਿਰਦਾ ਸੀ, ਜਿਹੜਾ ਰਸ ਕਦੀ ਚੱਖਿਆ ਨਹੀਂ ਸੀ, ਜਿਹਨੂੰ ਸਤਿਗੁਰੂ ਦਾਸ ਜੀ ਕਹਿੰਦੇ ਨੇ ਜਿਨ ਪੀਆ ਸਾਰ ਰਸ ਤਦੇ ਆਨ ਰਸ। ਫਿਰ ਦੁਨੀਆ ਦੇ ਰਸ ਫਿੱਕੇ ਪੈ ਗਏ ਨੇ। ਹੋਏ ਰਸ ਮਗਨ ਡਾਰੇ ਬਿਖ ਹੋਏ। ਉਹ ਤੇ ਪਰਮੇਸ਼ਰ ਦੇ ਨਾਮ ਰਸ ਵਿੱਚ ਐਸੇ ਮਸਤ ਹੋਏ ਨੇ ਕਿ ਬਾਣੀ ਦੇ ਰੂਪ ਅੰਦਰ ਪਰਮੇਸ਼ਰ ਬੋਲਿਆ ਏ ਹਿਰਦੇ ਅੰਦਰੋਂ, ਅੱਜ ਰੱਬ ਬੋਲਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਬੰਚਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠੌਰ ਵਸੇ।
ਰਸ ਵਾਸਨ ਸਿਓ ਜੋ ਦਹਿ ਦਸਤਾਇਓ। ਇਹੀ ਬੰਦਾ ਸੀ ਜਿਹੜਾ ਸਾਰੇ ਸੰਸਾਰ ਦੀ ਤੀਰਥਾਂ ਦੀ ਯਾਤਰਾ, ਯੋਗ ਮਤ ਕਰਮ ਕਾਂਡ ਪਤਾ ਨਹੀਂ ਕੀ ਕੁਝ ਕਰਦਾ ਏ, ਪਰ ਜਦੋਂ ਗੁਰੂ ਮਿਲਿਆ ਏ ਪਾਤਸ਼ਾਹ ਕਹਿੰਦੇ ਨੇ ਹੁਤੀ ਜੂ ਪਿਆਸ ਪਿਊਸ ਪਿਬਨ ਕੀ ਬਾਂਛਤ ਸਿੱਧ ਕੋ ਵਿਦ ਮਿਲਾਇਓ। ਪੂਰਨ ਭੌਮਨ ਠੌਰ ਵਸੀ ਰਸ ਬਾਸਨ ਸਿਓ ਜੋ ਦਹਿ ਦਸਤਾਇਓ। ਜੋ ਦਸਾਂ ਦਿਸ਼ਾਵਾਂ ਵਿੱਚ ਨਹੀਂ ਮਿਲਿਆ ਉਹ ਹਿਰਦੇ ਅੰਦਰ ਹੀ ਮਿਲਾਤਾ। ਤੇ ਸਾਧ ਸੰਗਤ ਜੀ, ਹੁਤੀ ਜੂ ਪਿਆਸ ਪਿਊਸ ਪਿਬਨ ਕੀ ਬਾਂਛਤ ਸਿੱਧ ਕੋ ਵਿਦ ਮਿਲਾਇਓ। ਪੂਰਨ ਭੌਮਨ ਠੌਰ ਵਸੀ ਰਸ ਬਾਸਨ ਚੋਂ ਜੋ ਦਹਿ ਦਸਤਾਇਓ। ਗੋਇੰਦਵਾਲ ਗੋਬਿੰਦਪੁਰੀ, ਉਹ ਗੋਬਿੰਦ ਪਰਮੇਸ਼ਰ ਦੀ ਪੁਰੇ ਹਿਰਦੇ ਅੰਦਰ ਹੀ ਪਰਮੇਸ਼ਰ ਨੇ ਪ੍ਰਗਟ ਕਰ ਦਿੱਤੀ। ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਪਰ ਉਲਟਾ ਖੇਲ ਪਰਮਕਾ, ਉਹਨੂੰ ਪਾਤਸ਼ਾਹ ਕਹਿੰਦੇ ਨੇ ਸੇਵਕ ਹੈ ਬਣਨਾ ਔਖਾ, 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 ਸੇਵਕ ਹੈ ਬਣਨਾ ਔਖਾ। ਕੂਟਮਤੀ ਕੂ ਬਿਰਲਾ ਸੇਵਕ, ਕੂਟਮਤੀ ਕੂ ਬਿਰਲਾ ਸੇਵਕ, ਕੋਟ ਮਤੇ ਕੋ ਬਿਰਲਾ ਸੇਵਕ, ਕੋਟ ਮਤੇ ਕੋ ਬਿਰਲਾ ਸੇਵਕ। ਹੋਰ ਸਗਲੇ ਪਿਉਹਾਰੀ ਦੀ ਸੇਵਕ ਹੈ ਬਣਨਾ ਔਖਾ, ਜਿਉਂਦੇ ਮਰ ਜਾਈਦਾ ਸੇਵਕ ਹੈ ਬਣਨਾ ਔਖਾ। ਆਪਣੇ ਆਪ ਨੂੰ ਸਾਧ ਸੰਗਤ ਜਿਉਂਦਿਆਂ ਖਤਮ ਕਰਨਾ ਪੈਂਦਾ ਏ, ਸਮਰਪਿਤ ਕਰਨਾ ਪੈਂਦਾ ਏ, ਮੌਤ ਕਬੂਲਣੀ ਪੈਂਦੀ ਏ। ਇਸ ਨੂੰ ਪਾਤਸ਼ਾਹ ਕਹਿੰਦੇ ਨੇ ਜੀਵਤ ਮੁਕੰਦੇ ਮਰਤ ਮੁਕੰਦੇ, ਧੰਨ ਗੁਰੂ ਦਾਸ ਮਹਾਰਾਜ। ਤਾਂ ਕਿ ਸੇਵਕ ਉਹ ਸਦਾ ਆਨੰਦੇ, ਫਿਰ ਉਹ ਸੇਵਕ ਸਦੀ ਵੀ ਆਨੰਦ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਸਾਧ ਸੰਗਤ ਜੀ, ਹੁਤੀ ਜੂ ਪਿਆਸ ਪਿਊਸ ਪਵਨ ਕੀ ਬਾਂਚਤ ਸਿੱਧ ਕੋ ਵਿਦ ਮਿਲਾਇਓ। ਪੂਰਨ ਭੌਮਨ ਠੌਰ ਵਸੀ ਰਸ ਵਾਸਨ ਸਿਉ ਜੋ ਦਹਿ ਦਸ ਭਾਇਓ। ਗੋਵਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਪਰਮੇਸ਼ਰ ਦਾ ਉਲਟਾ ਖੇਲ ਆ ਸਾਧ ਸੰਗਤ ਜੀ। ਤੇ ਸਾਧ ਸੰਗਤ ਜੀ, ਉਲਟਾ ਖੇਲ ਪ੍ਰਮਕਾ ਪੈਰੀ ਪਵਣਾ। ਸਿਰ ਸਭ ਤੋਂ ਉੱਚਾ, ਜਿਹੜੀ ਮੱਤ ਕਹਿੰਦੀ ਆ ਮੇਰੇ ਵਰਗਾ ਗਿਆਨੀ ਉਹੀ ਸਿਰ ਜਦੋਂ ਪੂਰਨ ਗੁਰੂ ਮਿਲਦਾ ਏ ਚਰਨਾਂ ਤੇ ਝੁਕ ਜਾਂਦਾ ਏ, ਸਾਧ ਸੰਗਤ ਚਰਨਾਂ ਦੇ ਵਿੱਚ ਡਿੱਗ ਪੈਂਦਾ ਏ। ਉਸੇ ਨੂੰ ਪਾਤਸ਼ਾਹ ਕਹਿੰਦੇ ਨੇ ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ ਬਿਨਵੰਤ ਨਾਨਕ ਅੰਤ ਮਿਲਿਆ ਸਦਾ ਕੀ ਰਖਣਾ। ਇਸ ਲਈ ਸਾਧ ਸੰਗਤ ਜੀ, ਗੁਰੂ ਮੁਖ ਦੇ ਗਰੂ ਸੁਖ ਪਾਇਓ। ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਗੁਰੂ ਪਰਮੇਸ਼ਰ ਦਾ ਰੂਪ ਨੇ ਤੇ ਪਰਮੇਸ਼ਰ ਸਦਾ ਹੀ ਗੁਰੂਆਂ ਦੇ ਅੰਗ ਸੰਗ ਰਹਿੰਦਾ ਹੈ। ਤੇ ਸਾਧ ਸੰਗਤ ਜੀ, ਵੱਡ ਭਾਗੀ ਸੇ ਕਾਢੀਆਂ ਪਿਆਰੇ ਸੰਤ ਸੰਗਤ ਜਿਨ੍ਹਾਂ ਬਾਸੋਂ ਅੰਮ੍ਰਿਤ ਨਾਮ ਅਰਾਧੇ ਨਿਰਮਲ ਮਨੈ ਹੋਵੇ ਪਰਗਾਸੋਂ। ਵੱਡੇ ਭਾਗਾਂ ਵਾਲੀਆਂ ਨੇ ਸੰਗਤਾਂ ਜਿਨ੍ਹਾਂ ਨੂੰ ਸਤਿਗੁਰ ਦੀ ਸੰਗਤ ਨਸੀਬ ਹੁੰਦੀ ਏ। ਤੇ ਸਤਿਗੁਰ ਦੇ ਚਰਨਾਂ ਅੰਮ੍ਰਿਤ ਰੂਪੀ ਨਾਮ, ਤਨ ਰੂਪੀ ਮਨ ਰੂਪੀ ਇਹ ਘਰ ਨੂੰ ਪਵਿੱਤਰ ਕਰ ਦਿੰਦਾ ਹੈ। ਵੱਡ ਭਾਗੀ ਸੇ ਕਾਢੀਆਂ ਪਿਆਰੇ ਸੰਤ ਸੰਗਤ ਜਿਨ੍ਹਾਂ ਬਾਸੋਂ ਅੰਮ੍ਰਿਤ ਨਾਮ ਅਰਾਧੀ। ਨਾਮ ਰੂਪੀ ਅੰਮ੍ਰਿਤ ਤਨ ਤੇ ਮਨ ਨੂੰ ਪਵਿੱਤਰ ਕਰ ਦਿੰਦਾ ਹੈ। ਮਨੈ ਹੋਵੇ ਪ੍ਰਗਾਸੋ, ਉਹੀ ਮਨ ਗਿਆਨ ਪ੍ਰਾਪਤ ਕਰ ਜਾਂਦਾ, ਉਹੀ ਮਨ ਵੱਡੀਆਂ ਵੱਡੀਆਂ ਵਿਚਾਰਾਂ ਦੇਣ ਲੱਗ ਜਾਂਦਾ। ਇਸ ਲਈ ਸਾਧ ਸੰਗਤ ਜੀ, ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸੇਵਕੀ ਕਾਜ ਰਾਸ। ਇਸ ਲਈ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਇਸ ਲਈ ਸਾਧ ਸੰਗਤ ਜੀ, ਹੋਈਆਂ ਭੁੱਲਾਂ ਦੀ ਖਿਮਾ। ਸਵਾਮੀ ਰਾਮਾਨੰਦ ਜੀ ਜਿਨ੍ਹਾਂ ਨੇ ਕਰੀਬ 101 ਸਾਲ ਆਜੂ ਭੋਗੀ ਤੇ ਸਾਧ ਸੰਗਤ ਜੀ 1467 ਈਸਵੀ ਨੂੰ ਕਾਂਚੀ ਬਨਾਰ ਦੀ ਧਰਤੀ ਤੇ ਪੰਜ ਗੰਗਾ ਘਾਟ ਤੇ ਜੋਤੀ ਜੋਤ ਮਿਲੀ ਸੰਪੂਰਨ ਥੀਆਰਾ ਪ੍ਰਭੂ ਚਰਨਾਂ ਵਿੱਚ ਜਾ ਬਰਾਡੇ ਨੇ। ਪਾਵਨ ਪਸਤਰ ਸਥਾਨ ਕਾਂਚੀ ਬਨਾਰ ਦੀ ਧਰਤੀ ਅਨੇਕਾਂ ਸੰਗਤਾਂ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕਰਦੀਆਂ ਨੇ, ਨਤਮਸਤਕ ਹੁੰਦੀਆਂ ਨੇ, ਜੀਵਨ ਸਫਲਾ ਕਰਦੀਆਂ ਨੇ। ਸੋ ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਨ ਆਪਾਂ ਵੀ ਅੱਡ ਕਰੋਨਾ ਮਹਾਂਮਾਰੀ ਫੈਲੀ ਹੈ ਤੇ ਸਾਧ ਸੰਗਤ ਜੀ, ਸਰਵ ਰੋਗ ਕਾ ਔਖਦ ਨਾਮ ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਤਿਗੁਰਾਂ ਦੀ ਸਿਮਰਨ ਸਦਕਾ ਆਪਣੀ ਤੇ ਮਨੁੱਖਤਾ ਦੀ ਭਲਾਈ ਲਈ ਬਣਦਾ ਯੋਗਦਾਨ ਪਾ ਕੇ ਸਾਧ ਸੰਗਤ ਜੀ ਸਤਿਗੁਰ ਦਾ ਆਸ਼ੀਰਵਾਦ ਲਈਏ ਤੇ ਕਰੀਏ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ। ਸਤਿਗੁਰ ਜੀ ਕਰੋ ਕਿਰਪਾ, ਜਗ ਦਿਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੈ ਤਿਤੈ ਲਹੁ ਉਭਾਰ। ਦੁਖੀਆ ਦਰਦ ਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿਰ ਵਦਾਸ ਸਰਨ ਪ੍ਰਭ ਤੇਰੇ, ਜਿਉ ਜਾਨੋ ਤਿਉ ਕਰਗਤ ਮੇਰੀ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।